1947 ਦੀ ਵੰਡ ਵੇਲੇ ਸਿੱਖ ਆਪਣੀਆਂ ਜਾਨਾਂ ਘਰ-ਬਾਰ ਜਾਇਦਾਦਾਂ ਗੁਆ ਚੁੱਕੇ ਸਨ। ਸਿੱਖ ਕੌਮ ਦੇ ਸੱਤਾ ਦੇ ਭੁੱਖੇ ਸਵਾਰਥੀ ਨੇਤਾਵਾਂ ਦੇ ਗਲਤ ਫੈਸਲਿਆਂ ਨੇ ਅਤੇ ਹਿੰਦ ਦੇ ਹਾਕਮਾਂ ਦੇ ਝੂਠੇ ਕਰਾਰਾਂ ਨੇ ਇੱਕ ਆਜ਼ਾਦ ਸਿੱਖ ਰਾਜ ਦੀ ਸਥਾਪਨਾ ਨਾ ਹੋਣ ਦਿੱਤੀ ਤੇ ਸਿੱਖ ਕੌਮ ਹਿੰਦੁਸਤਾਨ ਨਾਲ ਆ ਜੁੜੀ। ਸਿੱਖ ਆਪਣੀ ਵੱਖਰੀ ਹੋਂਦ ਅਤੇ ਪਛਾਣ ਨੂੰ ਬਚਾਉਣਾ ਲੋਚਦੇ ਸਨ ਤੇ ਇਹ ਮਨਸਾ ਉਹਨਾਂ ਨੇ ਭਾਰਤੀ ਹਾਕਮਾਂ ਦੇ ਭਰੋਸੇ ਤੇ ਛੱਡ ਦਿੱਤੀ। ਪਰ ਵੰਡ ਤੋਂ ਕੁਝ ਸਮਾਂ ਬਾਅਦ ਹੀ ਹਿੰਦ ਦੇ ਹਾਕਮਾਂ ਵੱਲੋਂ ਸਿੱਖਾਂ ਨਾਲ ਕੀਤੇ ਵਾਅਦੇ ਤੋੜ ਦਿੱਤੇ ਗਏ। ਨਿਆਰੀ ਸਿੱਖ ਹਸਤੀ ਦੇ ਸੰਕਲਪ ਤੇ ਜਜ਼ਬੇ ਨੂੰ ਖੋਰਾ ਲਾਉਣ ਲਈ ਅਤੇ ਸਿੱਖ ਪੰਥ ਦੇ ਹਿੰਦੂ ਧਰਮ ਅੰਦਰ ਰਲੇਵੇਂ ਨੂੰ ਅਮਲਾਂ 'ਚ ਲਿਆਉਣ ਲਈ ਭਾਰਤੀ ਸੰਵਿਧਾਨ ਦੀ ਧਾਰਾ 25 ਰਚ ਦਿੱਤੀ ਗਈ। ਸਿੱਖ ਇੱਕ ਵੱਖਰੀ ਕੌਮ ਦੀ ਧਾਰਨਾ ਵਿਰੁੱਧ ਤਿੱਖਾ ਸਿਧਾਂਤਕ ਹੱਲਾ ਬੋਲ ਦਿੱਤਾ ਗਿਆ। ਮਗਰੋਂ ਸਿੱਖ ਕੇਵਲ ਆਪਣੀ ਪੰਜਾਬੀ ਬੋਲੀ ਨੂੰ ਬਚਾਉਣ ਅਤੇ ਉਸ ਲਈ ਇੱਕ ਖਿੱਤਾ ਪੰਜਾਬੀ ਸੂਬਾ ਬਣਾਉਣ ਲਈ ਤਰਸਦੇ ਰਹੇ ਤੇ ਫਿਰ ਸਿੱਖ ਉਸ ਅਧਰੰਗ ਨੂੰ ਦੂਰ ਕਰਵਾਉਣ ਲਈ ਲਿਲਕੜੀਆਂ ਕੱਢਦੇ ਰਹੇ। ਉਸ ਤੋਂ ਅੱਗੇ ਉਹ ਇਸ ਲੰਗੜੇ ਖਿੱਤੇ ਦੇ ਸਾਧਨਾਂ ਦੀ ਲੁੱਟ ਨੂੰ ਬਚਾਉਂਦੇ ਹੋਏ ਅਥਾਹ ਸ਼ਹੀਦੀਆਂ ਦਿਨੋਂ ਵੀ ਨਾ ਕਤਰਾਏ। ਭਾਰਤ ਵਿੱਚ ਹਿੰਦੂ ਤਪ ਪਿਛੋਕੜ ਭਰੇ ਫੈਸਲੇ ਦਾ ਆਰੰਭ ਇੰਦਰਾ ਗਾਂਧੀ ਨੇ ਐਮਰਜੈਂਸੀ ਲਾ ਕੇ ਕੀਤਾ ਸੀ। ਸਿੱਖ ਜਗਤ ਦੀ ਸਹਾਇਤਾ ਨਾਲ ਉਸ ਨੂੰ ਹਾਰ ਦੇ ਦਿੱਤੀ ਗਈ ਸੀ। ਜਦ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੇ ਇਤਿਹਾਸਕ ਯੋਗਦਾਨ ਤੇ ਸਿਧਾਂਤਕ ਪਹੁੰਚ ਵਸ ਅਨੰਦਪੁਰ ਸਾਹਿਬ ਦੇ ਮਤੇ ਨੂੰ ਇੱਕ ਕਲਿਆਣਕਾਰੀ ਨਿਸ਼ਾਨਾ ਮੰਨ ਕੇ ਧਰਮ ਯੁੱਧ ਮੋਰਚਾ ਲਾਇਆ ਤਾਂ ਕਾਂਗਰਸ ਦੀ ਮੁਖੀ ਅਤੇ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਸ ਨੂੰ ਸਾਕਾ ਨੀਲਾ ਤਾਰਾ ਰਾਹੀਂ ਖੂਨ ਦੇ ਵਹਿਣ ਵਿੱਚ ਡਬੋ ਮਾਰਿਆ। ਜੂਨ 1984 ਦਾ ਸਾਕਾ ਬਹੁਤ ਸਾਰੇ ਸਾਕੇ ਇਤਿਹਾਸ ਵਿੱਚ ਹੋਏ ਹੋਣਗੇ, ਬਹੁਤ ਸਾਰੇ ਲੋਕਾਂ ਨੇ ਉਹ ਵੇਖੇ ਵੀ ਹੋਣਗੇ, ਪਰ ਮੈਨੂੰ ਇਹ ਸਾਰਾ ਮੰਜ਼ਰ, ਇਹ ਸਾਰੀ ਤਰਾਸਦੀ ਵੇਖਣ ਦਾ ਆਪਣੀਆਂ ਅੱਖਾਂ ਨਾਲ ਮੌਕਾ ਮਿਲਿਆ ਜਵਾਨੀ ਦੀ ਉਮਰ ਵਿੱਚ। ਅਸੀਂ ਜਦੋਂ ਸਾਕੇ ਵੱਲ ਸੋਚ ਵੀ ਲੈਂਦੇ ਹਾਂ ਤਾਂ ਮੈਂ ਸਮਝਦਾ ਕਿ ਸਿੱਖਾਂ ਨਾਲ ਐਡਾ ਵੱਡਾ ਧੱਕਾ ਹੋਇਆ ਕਿ ਸਿੱਖ ਸੋਚਣ ਲਈ ਹੁਣ ਤੱਕ ਇਹ ਮਜਬੂਰ ਨੇ ਕਿ ਅਸੀਂ ਇਸ ਹਿੰਦੁਸਤਾਨ ਦੇ ਵਾਸੀ ਹਾਂ ਜਾਂ ਨਹੀਂ ਵਾਸੀ। ਕਿਉਂਕਿ ਜੂਨ 84 ਦਾ ਆਪਰੇਸ਼ਨ ਕਰਕੇ ਸਰਕਾਰ ਨੇ ਐਡਾ ਵੱਡਾ ਧਰੋਹ ਕਮਾਇਆ ਸਿੱਖ ਕੌਮ ਨਾਲ, ਜਿਸ ਕੌਮ ਨੇ ਇਹਨਾਂ ਨੂੰ ਹਿੰਦੁਸਤਾਨ ਦੇ ਵਿੱਚ ਰਹਿਣ ਦੀ ਆਗਿਆ ਦਵਾਈ ਹੋਵੇ, ਜਿਸ ਕੌਮ ਨੇ ਆਪਣੇ ਕੌਮ ਦੇ ਰਹਿਬਰ ਨੇ ਆਪਣਾ ਸਾਰਾ ਸਰਬੰਸ ਇਹਨਾਂ ਤੋਂ ਵਾਰ ਦਿੱਤਾ ਹੋਵੇ, ਉਸ ਕੌਮ ਨੂੰ ਜਲੀਲ ਕਰਨ ਵਾਸਤੇ, ਉਸ ਕੌਮ ਨੂੰ ਮਲੀਆ ਮੇਟ ਕਰਨ ਵਾਸਤੇ, ਉਸ ਕੌਮ ਦਾ ਨਾਮੋ ਨਿਸ਼ਾਨ ਮਿਟਾਉਣ ਵਾਸਤੇ, ਉਸ ਕੌਮ ਦੀ ਸੋਚ ਤੇ ਅਕੀਦਾ ਮਿਟਾਉਣ ਵਾਸਤੇ ਸਰਕਾਰ ਨੇ ਇਹ ਸਾਰਾ ਜਿਹੜਾ ਹੈ ਇਹ ਪਲੈਨਿੰਗ ਕੀਤੀ। ਪਲੈਨਿੰਗ ਇੱਕ ਦਿਨ ਦੀ ਨਹੀਂ, ਇਹ ਪਲੈਨਿੰਗ 47 ਸ਼ੁਰੂ ਹੁੰਦਿਆਂ ਹੀ ਸ਼ੁਰੂ ਹੋ ਗਈ। ਜਦੋਂ ਦੇਸ਼ ਨੂੰ ਆਜ਼ਾਦ ਕਰਨ ਦੀ ਗੱਲ ਆਈ, ਆਜ਼ਾਦੀ ਦੇ ਵਿੱਚ ਸਭ ਤੋਂ ਪਹਿਲਾ ਤੋਹਫਾ ਜਿਹੜਾ ਦਿੱਤਾ ਗਿਆ ਨਹਿਰੂ ਵੱਲੋਂ, ਪਟੇਲ ਵੱਲੋਂ, ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਨੇ। ਅਕਤੂਬਰ 1947 ਨੂੰ ਪਹਿਲਾ ਤੋਹਫਾ ਸਿੱਖਾਂ ਨੂੰ ਦੇ ਦਿੱਤਾ ਗਿਆ ਕਿ ਜਰਾਇਮ ਪੇਸ਼ਾ ਕੌਮ ਨੇ। ਜਰਾਇਮ ਪੇਸ਼ਾ ਕੌਮ, ਜਰਾਇਮ ਲੋਕ ਉਹ ਹੁੰਦੇ ਨੇ ਜਿਹੜੇ ਠੱਗੀਆਂ ਮਾਰਦੇ ਨੇ, ਡਾਕੇ ਮਾਰਦੇ ਨੇ, ਲੋਕਾਂ ਨੂੰ ਲੁੱਟਦੇ ਨੇ ਤੇ ਲੁੱਟ ਮਾਰ ਕਰਕੇ ਆਪਣਾ ਮਾਲ ਭਰ ਕੇ ਲੈ ਜਾਂਦੇ, ਜਿਵੇਂ ਅਬਦਾਲੀ ਹੁਣੀ ਇੱਥੋਂ ਲੈ ਜਾਂਦੇ ਰਹੇ। ਸਾਨੂੰ ਉਸ ਕੌਮ ਨੂੰ ਜਿਹੜੀ ਅਸੀਂ ਇਹਨਾਂ ਨਾਲ ਮਰਦੇ ਰਹੇ, ਹਰ ਥਾਂ 'ਤੇ ਇਹਨਾਂ ਨਾਲ ਵਫਾਦਾਰੀ ਕਰਦੇ ਰਹੇ। ਗੁਰੂ ਤੇਗ ਬਹਾਦਰ ਪਾਤਸ਼ਾਹ ਆਪਣਾ ਸੀਸ ਕਟਾਉਣ ਵਾਸਤੇ ਦਿੱਲੀ ਤੋਂ ਚੱਲ ਕੇ ਚਲੇ ਗਏ, ਸਿਰਫ ਇਸ ਕਰਕੇ ਕਿ ਅਸੀਂ ਹਿੰਦੁਸਤਾਨ ਨੂੰ ਗੁਲਾਮ ਨਹੀਂ ਹੋਣ ਦੇਣਾ। ਪਰ ਜੇ ਸਾਨੂੰ ਆਜ਼ਾਦੀ ਦਾ ਲਾਰਾ ਲਾਇਆ ਨਹਿਰੂ ਤੇ ਗਾਂਧੀ ਨੇ, ਉਸ ਵੇਲੇ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਇਹ ਤੁਹਾਡੇ ਕੋਲ ਇੱਕ ਅਜਿਹਾ ਖਿੱਤਾ ਹੋਵੇਗਾ ਜਿੱਥੇ ਤੁਸੀਂ ਆਜ਼ਾਦੀ ਦਾ ਨਿੱਘ ਮਾਣ ਸਕੋਗੇ। ਉਹ ਖਿੱਤਾ ਸਾਨੂੰ ਦਿੱਤਾ। ਉਸ ਖਿੱਤੇ ਦੇ ਵਿੱਚ ਸਾਨੂੰ ਮਿਲਿਆ ਕਿ 1947 ਤੋਂ ਬਾਅਦ ਅੱਜ ਤੱਕ ਸਿੱਖ ਆਜ਼ਾਦੀ ਲੱਭਦੇ ਆ ਤੇ ਸਿੱਖਾਂ ਨੂੰ ਗੋਲੀਆਂ ਮਿਲਦੀਆਂ। ਜੇ ਸਿੱਖ ਆਪਣਾ ਹੱਕ ਮੰਗਦੇ ਆ, ਸਿੱਖਾਂ ਨੂੰ ਸ਼ਹੀਦੀਆਂ ਮਿਲਦੀਆਂ। ਇਹ ਜਿਹੜਾ ਸਾਰਾ ਸਾਕਾ ਕੀਤਾ ਗਿਆ, ਆਪਰੇਸ਼ਨ ਬਲੂ ਸਟਾਰ ਜਿਹਨੂੰ ਇਹਨਾਂ ਨਾਂ ਦਿੱਤਾ ਹੈ, ਉਹ ਦਿੱਤਾ ਸਿਰਫ ਇਸ ਕਰਕੇ ਹੈ ਕਿ ਇਹਨਾਂ ਦੀ ਇੱਕ ਦਿਨ ਦੀ ਸਾਜ਼ਿਸ਼ ਨਹੀਂ ਸੀ। ਇੰਦਰਾ ਗਾਂਧੀ ਨੇ
1975 ਦੀ ਜੂਨ ਦੀ ਐਮਰਜੈਂਸੀ ਦਾ ਬਦਲਾ ਲੈਣ ਵਾਸਤੇ, ਕਿਉਂਕਿ ਇਹਨਾਂ ਨੇ ਉਹਨੇ ਦੇਖਿਆ ਕਿ ਹਿੰਦੂਆਂ ਸਾਰੇ ਹਿੰਦੁਸਤਾਨ ਦੇ ਹਿੰਦੂ ਮੈਂ ਦਬਾਤੇ। ਇੱਕ ਛੋਟੀ ਜਿਹੀ ਕੌਮ ਹੈ ਸਾਡੇ ਦੇਸ਼ ਦੇ ਵਿੱਚ, ਇਹਨਾਂ ਲੋਕਾਂ ਨੇ 58,000 ਗ੍ਰਿਫਤਾਰੀ ਦੇ ਦਿੱਤੀ ਐਮਰਜੈਂਸੀ ਤੜਾਉਣ ਵਾਸਤੇ। 19 ਮਹੀਨੇ ਸਿੱਖ ਕੌਮ ਦੇ ਵੱਡੇ ਲੀਡਰ ਸਾਰੇ ਅੰਦਰ ਰਹੇ, ਸਿੱਖ ਕੌਮ ਦੇ ਬਹੁਤ ਸਾਰੇ ਕਿਸਾਨ ਨੇਤਾ ਅੰਦਰ ਰਹੇ, ਲੋਕੀ ਫੈਡਰੇਸ਼ਨ ਦੇ ਬਹੁਤ ਸਾਰੇ ਜ਼ਿੰਮੇਵਾਰ ਵਿਅਕਤੀ ਅੰਦਰ ਰਹੇ। ਉਹਨਾਂ ਸਾਰਿਆਂ ਦਾ ਬਦਲਾ ਲੈਣ ਵਾਸਤੇ ਇੰਦਰਾ ਗਾਂਧੀ ਨੇ ਇੱਕ ਸਾਜ਼ਿਸ਼ ਘੜ ਲਈ। ਉਹ ਸਾਜ਼ਿਸ਼ ਦੇ ਤਹਿਤ ਉਹਨਾਂ ਨੇ ਬਲੂ ਸਟਾਰ ਦਾ ਐਕਸ਼ਨ ਦਾ ਨਾਂ ਦੇ ਕੇ ਸੰਤ ਜਰਨੈਲ ਸਿੰਘ, ਮੈਂ ਸਮਝਦਾ ਵੀ ਜੇ ਸੰਤ ਜਰਨੈਲ ਸਿੰਘ ਇਕੱਲੇ ਨੂੰ ਹੀ ਮਾਰਨਾ ਹੁੰਦਾ ਤਾਂ ਕੋਈ ਬਹੁਤ ਵੱਡਾ ਕੰਮ ਨਹੀਂ ਸੀ ਸਰਕਾਰਾਂ ਵਾਸਤੇ। ਪਰ ਜਿਹਦੇ ਅੰਦਰ 10ਵੇਂ ਪਾਤਸ਼ਾਹ ਦਾ ਅੰਮ੍ਰਿਤ ਦਾ ਬੂੰਦਾਂ ਗਈਆਂ ਹੋਣ, ਉਹਨੂੰ ਏਡੀ ਛੇਤੀ ਮਾਰਿਆ ਤਾਂ ਜਾ ਨਹੀਂ ਸੀ ਸਕਦਾ। ਉਹਦੀ ਸੋਚ ਖਤਮ ਕਰਨ ਵਾਸਤੇ ਇਹਨਾਂ ਨੇ ਸਾਰਾ ਇਹ ਪਲੈਨਿੰਗ ਕੀਤੀ। ਉਸ ਪਲੈਨਿੰਗ ਦੇ ਵਿੱਚੋਂ ਕੱਢਿਆ ਇਹਨਾਂ ਨੇ ਬਲੂ ਸਟਾਰ, ਉਸ ਪਲੈਨਿੰਗ ਦੇ ਵਿੱਚੋਂ ਕੱਢੀ ਇਹਨਾਂ ਸ਼ਰਮਸ਼ਾਰ ਆਰਮੀ ਦੀ, ਕਿਉਂਕਿ ਏਡੀ ਵੱਡੀ ਦੁਨੀਆ ਦੀ ਤੀਜੇ ਨੰਬਰ ਦੀ ਆਰਮੀ ਉੱਥੇ 150 ਬੰਦੇ ਕੋਲੋਂ 15-16 ਹਜ਼ਾਰ ਬੰਦਾ ਮਰਵਾ ਕੇ ਚਲੇ ਜਾਣ ਤੇ ਫਿਰ ਉਹਨੂੰ ਕਹਿਣ ਜੀ ਇਹ ਸਾਡੀ ਜਿੱਤ ਹੈ। ਮੈਂ ਸਮਝਦਾ ਵੀ ਇਹ ਹਿੰਦੁਸਤਾਨ ਦੀ ਸਰਕਾਰ ਦੇ ਆਰਮੀ ਦੇ ਉੱਤੇ ਇੱਕ ਬਹੁਤ ਵੱਡਾ ਧੱਬਾ ਹੈ। ਉਹਨਾਂ ਨੇ ਆਰਮੀ ਨੂੰ ਲਿਆ ਕੇ 1.25 ਲੱਖ ਦੇ ਕਰੀਬ ਆਰਮੀ ਲਿਆ ਕੇ 50-60 ਬੰਦਿਆਂ ਨੂੰ, ਜਿਹੜਾ 7-8 ਏਕੜ ਦਾ ਕੰਪਲੈਕਸ ਹੈ, ਦਰਬਾਰ ਸਾਹਿਬ ਦਾ ਪਵਿੱਤਰ ਸਥਾਨ ਹੈ ਜਿਹਨੂੰ ਅਸੀਂ ਮੱਕਾ ਮਦੀਨਾ ਸਾਡਾ ਹੈ, ਉਹਨੂੰ ਢਾਉਣ ਵਾਸਤੇ, ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਉਣ ਵਾਸਤੇ ਏਡੀ ਵੱਡੀ ਆਰਮੀ ਦੀ ਫੋਰਸ ਦੀ ਵਰਤੋਂ ਕਰਨੀ, ਇਹ ਹਿੰਦੁਸਤਾਨ ਦੇ ਮੱਥੇ ਤੇ ਸਦਾ ਦੇ ਇਤਿਹਾਸ ਵਿੱਚ ਸਦਾ ਵਾਸਤੇ ਕਲੰਕ ਲੱਗ ਗਿਆ। ਤੇ ਇਹਨੂੰ ਢਾਉਣ ਦਾ ਮਕਸਦ ਸਿਰਫ ਇਹ ਕਿ ਸਿੱਖਾਂ ਦੀ ਜਿਹੜੀ ਆਜ਼ਾਦ ਹਸਤੀ ਸੋਚ ਹੈ ਇਹਨੂੰ ਖਤਮ ਕਰਨਾ। ਇੰਦਰਾ ਗਾਂਧੀ ਭਾਰਤ ਵਿਚਲੇ ਇੱਕ ਬਹੁਤ ਹੀ ਆਧੁਨਿਕ ਅਤੇ ਸ਼ਕਤੀਸ਼ਾਲੀ ਧਰਮ ਸਿੱਖ ਧਰਮ ਨੂੰ ਸ਼ੰਕਰਾਚਾਰੀਆ ਵਾਂਗ ਹੀ ਖਤਮ ਕਰਨ ਦੇਣ ਦੇ ਰਾਹ ਤੇ ਤੁਰੀ ਹੋਈ ਸੀ, ਕਿਉਂਕਿ ਸਿੱਖਾਂ ਵੱਲੋਂ ਦਿੱਤੀ ਐਮਰਜੈਂਸੀ ਵਿੱਚ ਮਾਤ ਨੇ ਉਸ ਨੂੰ ਸਤਾਹੀਣ ਕਰ ਦਿੱਤਾ ਸੀ। ਮੈਂ ਜੀ ਉਸ ਵੇਲੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਜ਼ਿਲ੍ਹਾ ਗੁਰਦਾਸਪੁਰ ਦਾ ਪ੍ਰੈਜ਼ੀਡੈਂਟ ਸੀ। ਭਾਈ ਅਮਰੀਕ ਸਿੰਘ ਦੀ ਅਗਵਾਈ ਵਿੱਚ, ਸੰਤ ਜਰਨੈਲ ਸਿੰਘ ਦੀ ਰਹਿਨੁਮਾਈ ਦੇ ਵਿੱਚ ਅਸੀਂ ਸਿੱਖੀ ਦੇ ਬੋਲ ਬਾਲਿਆਂ ਵਾਸਤੇ ਕੰਮ ਕਰਦੇ ਸੀ। ਉਹ 30 ਅਪ੍ਰੈਲ ਦੇ ਮਹੀਨੇ 'ਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ 'ਤੇ ਸਰਕਾਰ ਨੇ ਪਾਬੰਦੀ ਲਾ ਦਿੱਤੀ। ਬਹੁਤ ਸਾਰੇ ਵਰਕਰ ਸਾਡੇ ਗ੍ਰਿਫਤਾਰ ਕੀਤੇ ਗਏ, ਜਿਸ ਦੀ ਵਜ੍ਹਾ ਕਰਕੇ ਸਾਨੂੰ ਵੀ ਆਪਣੇ ਪ੍ਰਧਾਨ ਦੇ ਕੋਲੇ ਆਉਣ ਦਾ ਮੌਕਾ ਮਿਲਿਆ। ਉਸ ਵੇਲੇ ਜਦੋਂ ਅਸੀਂ ਉੱਥੇ ਰਹਿਣ ਲੱਗੇ, ਸਰਕਾਰ ਨੇ ਸਕੰਜਾ ਕੱਸਿਆ। ਸਰਕਾਰ ਨੇ ਬਹੁਤ ਜ਼ਿਆਦਾ ਬਾਹਰਲੇ ਬੰਨੇ ਤਸ਼ੱਦਦ ਸ਼ੁਰੂ ਕੀਤਾ ਸਿੱਖ ਨੌਜਵਾਨਾਂ 'ਤੇ। ਕੋ ਕੇ ਮਾਰੇ। ਸਰਦਾਰ ਕੁਲਵੰਤ ਸਿੰਘ ਨਾਗੋ ਕੇ 82 ਵਿੱਚ ਮਾਰਿਆ, ਜਿਸ ਤੋਂ ਮੋਰਚਾ ਸ਼ੁਰੂ ਹੋਇਆ 19 ਜੁਲਾਈ ਨੂੰ। ਉਹ ਮੋਰਚੇ ਦਾ ਰੂਪ ਰੇਖਾ ਜਿਹੜੀ ਹੈ ਉਹ ਬਦਲਦੀ ਸ਼੍ਰੋਮਣੀ ਅਕਾਲੀ ਦਲ ਨੇ ਅਗਸਤ 82 ਵਿੱਚ ਆਪਣੇ ਹੱਥਾਂ 'ਚ ਲਿਆ। ਸੰਤ ਲੌਂਗੋਵਾਲ ਨੇ ਮੋਰਚੇ ਦੇ ਡਿਕਟੇਟਰ ਬਣੇ। ਉਹ ਡਿਕਟੇਟਰਸ਼ਿਪ ਦੇ ਵਿੱਚੋਂ ਗ੍ਰਿਫਤਾਰੀਆਂ, ਵੱਡੀ ਪੱਧਰ 'ਤੇ ਗ੍ਰਿਫਤਾਰੀਆਂ ਹੋਣੀਆਂ ਸ਼ੁਰੂ ਹੋਈਆਂ। ਸੰਤ ਜਰਨੈਲ ਸਿੰਘ ਤੇ ਸੰਤ ਲੌਂਗੋਵਾਲ ਉਹਨਾਂ ਦੀ ਰਹਿਨੁਮਾਈ ਦੇ ਵਿੱਚ ਜਥੇ ਜਾਣੇ ਸ਼ੁਰੂ ਹੋਏ। ਸਾਨੂੰ ਵੀ ਉੱਥੇ ਰਹਿਣ ਦਾ ਮੌਕਾ ਮਿਲਿਆ। ਅਸੀਂ ਉਸ ਵੇਲੇ ਟੈਂਪਲ ਵਿਊ ਹੋਟਲ, ਜਿੱਥੇ ਸਾਡੀ ਡਿਊਟੀ ਲਾਈ ਗਈ, ਵੀ ਸਾਨੂੰ ਲੱਗਦਾ ਹੈ ਸੰਤ ਜਰਨੈਲ ਸਿੰਘ ਸੱਦ ਕੇ ਜਦੋਂ 1 ਤਰੀਕ ਨੂੰ ਹਿੰਦੁਸਤਾਨ ਦੀਆਂ ਅਰਧ ਸੈਨਿਕ ਬਲਾਂ ਨੇ ਦਰਬਾਰ ਸਾਹਿਬ 'ਤੇ ਰਿਹਰਸਲ ਕੀਤੀ ਬਹੁਤ ਵੱਡੀ। 1:30-2 ਵਜੇ ਇਹਨਾਂ ਨੇ ਗੋਲੀ ਸ਼ੁਰੂ ਕੀਤੀ। ਬਹੁਤ ਸਾਰੀ ਗੋਲੀ ਚਲਾ ਕੇ ਇਹ ਪਰਖਣ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਕੋਲ ਹਥਿਆਰ ਕਿਹੜੇ ਨੇ। ਪਰ ਸੰਤਾਂ ਵੱਲੋਂ ਸਖਤ ਹਦਾਇਤ ਸੀ ਕਿ ਕੋਈ ਵੀ ਗੋਲੀ ਬਾਹਰ ਕਿਸੇ ਤੇ ਨਹੀਂ ਚਲਾਉਣੀ। ਉਹ ਗੋਲੀ ਨਾ ਚੱਲੀ। ਇਹਨਾਂ ਨੂੰ ਉਹ ਭੁਲੇਖਾ ਰਹਿ ਗਿਆ ਕਿ ਇਹਨਾਂ ਕੋਲ ਹਥਿਆਰ ਨਹੀਂ ਹੈ, ਥੋੜ੍ਹੇ ਨੇ। ਇਹਨਾਂ ਨੇ ਉਸ ਤੋਂ ਬਾਅਦ 2 ਦਿਨ ਦੀ ਹਫੜਾ ਦਫੜੀ ਮੱਚੀ। ਸਿੰਘ ਸ਼ਹੀਦ ਹੋਏ। ਉਹਨਾਂ ਦੇ ਸੰਸਕਾਰ ਵੀ ਸਾਨੂੰ ਅੰਦਰ ਮੰਜੀ ਸਾਹਿਬ ਦੇ ਪਿਛਲੇ ਪਾਸੇ ਕਰਨੇ ਪਏ, ਕਿਉਂਕਿ ਬਾਹਰ ਜਾਣ ਵਾਸਤੇ ਇਹਨਾਂ ਨੇ ਮੌਕਾ ਨਹੀਂ ਦਿੱਤਾ, ਨਾ ਕੋਈ ਅਨਾਉਂਸਮੈਂਟ ਕੀਤੀ। 3 ਤਰੀਕ ਨੂੰ ਗੁਰਪੁਰਬ ਸੀ ਪੰਚਮ ਪਾਤਸ਼ਾਹ ਦਾ। ਉਸ ਦਿਨ ਇਹਨਾਂ ਨੇ ਦਰਬਾਰ ਸਾਹਿਬ ਦੇ ਉੱਤੇ ਵੱਡਾ ਹਮਲਾ ਕੀਤਾ ਹਿੰਦੁਸਤਾਨ ਦੀ ਆਰਮੀ ਨੂੰ ਲੈ ਕੇ। ਤੇ ਸਵੇਰੇ ਸੁਬਾਹ 4 ਵਜੇ ਤੋਂ ਪਹਿਲਾਂ ਜਦੋਂ ਆਸਾ ਦੀ ਵਾਰ ਸ਼ੁਰੂ ਹੋਈ, ਉਸ ਵੇਲੇ ਉਸ ਰੂਹਾਨੀਅਤ ਦੇ ਕੇਂਦਰ ਦੇ ਉੱਤੇ ਟੈਂਕਾਂ ਦੇ ਤੋਪਾਂ ਨਾਲ ਗੜਗੜਾਹਟ ਕਰਾਈ ਗਈ, ਜਿੱਥੋਂ ਕਿ ਇੱਕ ਰੂਹਾਨੀਅਤ ਦਾ ਸੰਦੇਸ਼ ਜਿਹੜਾ ਸਾਰੀ ਦੁਨੀਆ ਨੂੰ ਮਿਲਣਾ ਸੀ,
ਉਸ ਵੇਲੇ ਇਹਨਾਂ ਨੇ ਉਹ ਸ਼ੁਰੂ ਕੀਤਾ। ਸਾਡੀ ਡਿਊਟੀ ਲੱਗੀ ਟੈਂਪਲ ਵਿਊ ਹੋਟਲ ਤੇ। ਅਸੀਂ ਜਿੰਨੇ ਕੁ ਜੋਗੇ ਸੀ, ਜੋ ਸਾਡੇ ਕੋਲੇ ਹਥਿਆਰ ਸੀ, ਜੋ ਸਾਡੇ ਕੋਲੇ ਆਪਣਾ ਸਿਸਟਮ ਸੀ, ਜੋ ਆਪਣੇ ਘਰ ਦੀ ਰਾਖੀ ਕਰਨ ਵਾਸਤੇ, ਗੁਰੂ ਘਰ ਦੀ ਰਾਖੀ ਕਰਨ ਵਾਸਤੇ, ਆਪਣੇ ਤਖਤ ਦੀ ਰਾਖੀ ਕਰਨ ਵਾਸਤੇ ਅਸੀਂ ਉਹ ਨਾ ਜੋ ਕਰ ਸਕਦੇ ਸੀ ਅਸੀਂ ਕੀਤਾ। ਆਨੰਦਪੁਰ ਸਾਹਿਬ ਦਾ ਮਤੇ ਦੀ ਗੱਲ ਕੀਤੀ ਜਾਵੇ, ਆਨੰਦਪੁਰ ਸਾਹਿਬ ਦਾ ਮਤਾ ਇੱਕ ਉਹ ਦਸਤਾਵੇਜ਼ ਹੈ ਜਿਹਦੇ ਵਿੱਚ ਆਜ਼ਾਦ ਹਿੰਦੁਸਤਾਨ ਦੇ ਵਿੱਚ ਰਹਿੰਦਿਆਂ ਸਿੱਖਾਂ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਕੇਂਦਰ ਸਰਕਾਰ ਨੂੰ ਵਾਰ-ਵਾਰ ਕਹਿਣਾ ਪਿਆ, ਤੇ ਉਹ ਮੰਗਾਂ ਨਾ ਮੰਨਣ ਦੇ ਬਾਵਜੂਦ ਸਿੱਖਾਂ ਨੇ ਇੱਕ ਮੰਗਾਂ ਦਾ ਇੱਕ ਚਾਰਟਰ ਤਿਆਰ ਕੀਤਾ। ਉਹ 45 ਮੰਗਾਂ ਸੀ। ਮੰਗਾਂ ਵੀ ਬਹੁਤ ਵੱਡੀਆਂ ਨੰਗੂਣੀਆਂ ਮੰਗਾਂ, ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਉਹ ਮੰਗ ਸਿੱਖਾਂ ਦੀ ਨਹੀਂ ਸੀ, ਸਿੱਖਾਂ ਦੀ ਮੰਗ ਸੀ, ਸਿੱਖਾਂ ਦੇ ਬੋਲ ਬਾਲੇ। ਉਹਦੇ ਵਿੱਚ ਸਾਡੀ ਪਹਿਲੀ ਮੰਗ ਸੀ ਕਿ ਦਰਬਾਰ ਸਾਹਿਬ ਤੋਂ ਰੇਡੀਓ ਤੇ 1 ਘੰਟਾ ਕੀਰਤਨ ਰਿਲੇ ਕੀਤਾ ਜਾਵੇ, ਜਿਹਦਾ ਅੱਜ 24 ਘੰਟੇ ਸਾਰੇ ਚੈਨਲ ਦੇ ਰਹੇ ਆ, ਕਿਸੇ ਨੂੰ ਕੋਈ ਰੋਕ ਟੋਕ ਨਹੀਂ। ਇਹਨਾਂ ਨੇ ਉਹਦਾ ਹਵਾ ਖੜਾ ਕਰ ਲਿਆ ਵੀ ਇਹ ਟਰਾਂਸਮੀਟਰ ਮੰਗਦੇ ਆ ਆਪਣਾ, ਇਹ ਆਪਣਾ ਖਾਲਿਸਤਾਨ ਬਣਾਉਣਾ ਚਾਹੁੰਦੇ ਆ, ਇਹ ਸਿੱਖ ਹੋਮਲੈਂਡ ਬਣਾਉਣਾ ਚਾਹੁੰਦੇ ਆ। ਉਹਦਾ ਇਹਨਾਂ ਨੇ ਹਵਾ ਖੜਾ ਕੀਤਾ। ਅਸੀਂ ਕਿਹਾ ਰਾਇਪੇਰੀਅਨ ਐਕਟ ਦੇ ਤਹਿਤ ਸਾਡੇ 5 ਦਰਿਆਵਾਂ ਦਾ ਪਾਣੀ ਜਿਹੜਾ ਪੰਜਾਬ ਦੀ ਉਹ ਮਾਲਕੀ ਹੈ, ਪੰਜਾਬ ਨੂੰ ਹੀ ਮਿਲਣਾ ਚਾਹੀਦਾ। ਜੇ ਤੁਸੀਂ ਬਾਹਰ ਦੇਣਾ ਤੇ ਉਹਦੀ ਰਿਐਲਿਟੀ ਪੰਜਾਬ ਨੂੰ ਆਉਣੀ ਚਾਹੀਦੀ ਹੈ। ਸਾਡਾ ਉਹ ਵੀ ਇੱਕ ਪੁੱਠਾ ਪਾਸਾ ਸੋਚਿਆ ਗਿਆ ਵੀ ਇਹ ਤਾਂ ਪਾਣੀਆਂ 'ਤੇ ਕਬਜ਼ਾ ਕਰਨਾ ਚਾਹੁੰਦੇ ਆ ਜੀ, ਇਹ ਪਾਣੀਆਂ ਨੂੰ ਦੇਣਾ ਨਹੀਂ ਚਾਹੁੰਦੇ, ਹਿੰਦੁਸਤਾਨ ਦੇ ਲੋਕਾਂ ਨੂੰ ਭੁੱਖਿਆ ਮਰਨਾ ਵੇਖਣਾ ਚਾਹੁੰਦੇ ਆ। ਜਾਣੀ ਕਿ ਹਰ ਇੱਕ ਡਿਮਾਂਡ ਨੂੰ ਇੰਦਰਾ ਗਾਂਧੀ ਨੇ ਵਾਰ-ਵਾਰ ਸਿੱਖ ਲੀਡਰਾਂ ਨੂੰ ਸੱਦਿਆ, ਵਾਰ-ਵਾਰ ਜਲੀਲ ਕਰਕੇ ਭੇਜਿਆ, ਮੰਗ ਇੱਕ ਨਹੀਂ ਮੰਨੀ। ਨਾ ਮੰਨਣ ਦਾ ਕਾਰਨ ਸੀ ਕਿ ਰੋਸ ਪੈਦਾ ਹੁੰਦਾ ਗਿਆ। ਜਵੇ ਬਾਣ ਲੱਗ ਗਿਓ ਤਵੇ ਰੋਸ ਜਾਗਿਓ, ਰੋਸ ਜਾਗਿਆ, ਸਿੱਖਾਂ ਦੇ ਮਨਾਂ 'ਚ ਨਫ਼ਰਤ ਪੈਦਾ ਹੋਈ ਇਸ ਗੱਲ ਕਰਕੇ ਕਿ ਤੁਸੀਂ ਸਾਨੂੰ ਦੇਣਾ ਹੀ ਕੁਝ ਨਹੀਂ ਚਾਹੁੰਦੇ, ਸਿਰਫ ਤੇ ਸਿਰਫ ਸਾਨੂੰ ਮਾਰ ਕੇ ਸਾਡੇ ਖੂਨ ਨੂੰ ਵੇਚਣਾ ਹੀ ਚਾਹੁੰਦੇ ਹੋ। ਅਸੀਂ ਜੇ ਕੁਰਬਾਨੀ ਦੀ ਗੱਲ ਆਉਂਦੀ ਹੈ ਤੇ ਦੇਸ਼ ਆਜ਼ਾਦ ਕਰਾਉਣ ਵਾਸਤੇ ਅਸੀਂ 93% ਕੁਰਬਾਨੀਆਂ ਕੀਤੀਆਂ। ਜੇ 2100 ਬੰਦਾ ਸ਼ਹੀਦ ਹੁੰਦਾ ਹੈ ਤੇ ਅਸੀਂ 93% ਉਹਦੇ 'ਚੋਂ ਅਸੀਂ ਸ਼ਹੀਦ ਹੋਏ। ਜੇ ਅੱਜ ਕਾਰਗਿਲ ਦੀ ਗੱਲ ਆਉਂਦੀ ਹੈ ਨਵੇਂ ਯੁੱਗ ਦੇ ਵਿੱਚ, ਤੇ ਕਾਰਗਿਲ 'ਚ ਪੰਜਾਬ ਦੇ 73 ਤੋਂ ਉੱਪਰ % ਤੋਂ ਉੱਪਰ ਮੁੰਡੇ ਸ਼ਹੀਦ ਹੋਏ, ਨਵੇਂ ਮੁੰਡੇ। ਜੇ ਗੱਲ ਸ਼ਹੀਦੀਆਂ ਦੀ ਆਉਂਦੀ ਹੈ, ਜੇ ਆਜ਼ਾਦ ਕਰਾਉਣ ਦੀ ਗੱਲ ਆਉਂਦੀ ਹੈ, ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਤੁਹਾਡੀ ਆਜ਼ਾਦੀ ਵਾਸਤੇ ਉਹਨਾਂ ਕਿਹਾ ਤੁਸੀਂ ਮੁਸਲਮਾਨ ਬਣ ਜਾਓ। ਤੁਹਾਡੀ ਆਜ਼ਾਦੀ ਵਾਸਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜਾ ਕੇ ਦਿੱਲੀ ਸੀਸ ਕਟਾ ਲੈਂਦੇ ਆ ਵੀ ਪਹਿਲਾਂ ਮੈਨੂੰ ਬਣਾ ਲਓ ਫਿਰ ਇਹਨਾਂ ਨੂੰ ਬਣਾ ਲਿਓ। ਫਿਰ ਸਾਡੇ ਨਾਲ ਵਾਰ-ਵਾਰ ਧੋਖਾ ਕਿਉਂ? ਅਜਿਹੀ ਹਾਲਤ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਵਿੱਢੇ ਸਿੱਖ ਸੰਘਰਸ਼ ਨੂੰ ਕੁਚਲਣ ਲਈ ਹੋਰ ਨਵੇਂ ਜਾਬਰ ਕਾਨੂੰਨ ਘੜਨ ਅਤੇ ਪੁਲਿਸ ਦੇ ਵਹਿਸ਼ੀ ਜ਼ੁਲਮਾਂ ਅੰਦਰ ਹੋਰ ਤੇਜ਼ੀ ਤੇ ਅਸ਼ਲੀਲਤਾ ਲਿਆਉਣ ਦਾ ਸਿਲਸਿਲਾ ਨਿਰਵਿਰੋਧ ਅੱਗੇ ਵਧਦਾ ਗਿਆ। ਸਿੱਖ ਭਾਈਚਾਰੇ ਉੱਤੇ ਵਧੇਰੇ ਭਰਮਾਂ ਤੇ ਵਹਿਸ਼ੀ ਹੱਲਾ ਬੋਲਣ ਲਈ ਦੇਸ਼ ਦੀ ਹਿੰਦੂ ਜਨਤਾ ਅੰਦਰ ਸਿੱਖ ਸੰਘਰਸ਼ ਦੇ ਖਿਲਾਫ ਤਵੱਸਵੀ ਜਜ਼ਬਾਤ ਪੈਦਾ ਕਰਨੇ ਜ਼ਰੂਰੀ ਸੀ। ਸੋ ਸਿੱਖਾਂ ਉੱਤੇ ਹਮਲਾ ਕਰਨ ਲਈ ਬਹੁਤ ਹੀ ਕਾਰਗਰ ਬਹਾਨਾ ਇੰਦਰਾ ਗਾਂਧੀ ਕੋਲ ਮੌਜੂਦ ਸੀ। ਸਿੱਖਾਂ ਦੇ ਧਾਰਮਿਕ ਸਿਆਸੀ ਪੈਂਤੜੇ ਨੂੰ ਵੱਖਵਾਦੀ ਦਰਸਾਉਣਾ ਅਤੇ ਸੰਤ ਭਿੰਡਰਾਂ ਵਾਲਿਆਂ ਦੀ ਅਗਵਾਈ ਹੇਠ ਲੜੇ ਜਾ ਰਹੇ ਸੰਘਰਸ਼ ਉੱਤੇ ਅੱਤਵਾਦ ਦਾ ਲੇਬਲ ਲਾਉਣਾ ਅਤੇ ਇਸ ਦਾ ਸੰਬੰਧ ਪਾਕਿਸਤਾਨ ਨਾਲ ਜੋੜਨਾ ਉਸ ਲਈ ਕਤਈ ਔਖਾ ਨਹੀਂ ਸੀ। ਅਸੀਂ ਉਹ ਸਾਰਾ ਲਹੂ ਲਹਾਨ ਹੁੰਦੀ ਕੌਮ ਨੂੰ ਅਸੀਂ ਆਪਣੀ ਅੱਖਾਂ ਨਾਲ ਤੱਕਿਆ ਹੋਇਆ। ਬਲੂ ਸਟਾਰ ਦੇ ਪਹਿਲੇ ਦਿਨ ਤੋਂ ਲੈ ਕੇ ਸਾਕਾ ਨੀਲਾ ਤਾਰਾ ਦੇ ਸਾਕੇ ਤੋਂ ਲੈ ਕੇ ਜਿੰਨੀਆਂ ਵੀ ਸ਼ਹੀਦੀਆਂ ਉੱਤੇ ਹੋਈਆਂ, ਮੇਰੇ ਨਾਲ ਦੇ ਮੋਰਚੇ 'ਚ 13 ਸਿੰਘਾਂ 'ਚੋਂ 7 ਸਿੰਘ ਸ਼ਹੀਦ ਹੋਏ। ਮੈਂ ਉਹਨਾਂ ਦੀਆਂ ਲਾਸ਼ਾਂ ਵੀ ਵੇਖੀਆਂ ਹੋਈਆਂ। ਉਸ ਤੋਂ ਬਾਅਦ ਮੈਂ ਪਰਿਕਰਮਾ 'ਚ ਜਦੋਂ ਸਾਨੂੰ ਫੜ ਕੇ ਲਗਾਏ, ਅਖੀਰ ਤੇ ਲਾਸਟ 'ਤੇ ਅਸੀਂ ਫੜੇ ਗਏ ਹਾਂ, ਉੱਥੇ ਸਾਨੂੰ ਬੰਨ੍ਹ ਕੇ 28 ਘੰਟੇ ਲਗਾਤਾਰ ਬਿਠਾਇਆ ਗਿਆ ਤਾਰਾਂ ਨਾਲ। ਪਿੱਛੋਂ ਮੇਰੇ ਕੋਲ ਦੀਆਂ ਫੋਟੋਆਂ ਮੈਂ ਤੁਹਾਨੂੰ ਫੋਟੋਆਂ ਵੀ ਦਿਖਾਊਂਗਾ। ਪਰਿਕਰਮਾ ਦੀ ਵਿੱਚ ਬੈਠ ਕੇ ਜਦੋਂ ਸਾਨੂੰ ਪਰਿਕਰਮਾ ਵੱਲ ਨੂੰ ਲਿਜਾ ਰਹੇ ਸੀ, ਜੋ ਹਾਲਾਤ ਅਸੀਂ ਉਸ ਪਰਿਕਰਮਾ ਦੇ ਵੇਖੇ ਆ, ਜੋ ਸਰੋਵਰ ਦੇ ਦੇਖੇ ਆ, ਮੈਂ ਸਮਝਦਾ ਕਿ ਉਹ ਨਾ ਤਾਂ ਕਦੀ ਸਾਡੀ ਜ਼ਿੰਦਗੀ 'ਚ ਜਾਂ ਸਾਡੀ ਕਿਸੇ ਅਗਲੇ ਆਉਣ ਵਾਲੀ ਪੀੜ੍ਹੀ ਦੇ ਇਤਿਹਾਸ ਵਿੱਚ ਸ਼ਾਇਦ ਵੰਡੇ ਨਾ ਹੋਣ, ਕਿਉਂਕਿ ਉਹ ਜਿਹੜਾ ਦੁੱਖ ਹੈ ਉਹ ਦੁੱਖ ਵੇਖਿਆ ਹੀ ਮਹਿਸੂਸ ਕੀਤਾ ਜਾ ਸਕਦਾ, ਸੁਣਿਆ ਮਹਿਸੂਸ ਨਹੀਂ ਕੀਤਾ ਜਾ ਸਕਦਾ। ਅਸੀਂ ਉਹ ਸਾਰਾ ਦੇਖਿਆ ਹੋਇਆ। ਅਸੀਂ ਉਹ ਦੇਖਿਆ ਹੋਇਆ ਉਹਨਾਂ ਬੱਚਿਆਂ ਨੂੰ ਗੋਲੀਆਂ ਵੱਜਦੀਆਂ 3-3 ਮਹੀਨੇ। ਮੈਂ ਬਹੁਤ ਵਾਰੀ ਇਹ ਗੱਲ ਕਰ ਚੁੱਕਾ, ਮੈਨੂੰ ਉਹ ਗੱਲ ਅੱਜ ਵੀ ਨਹੀਂ ਭੁੱਲਦੀ।
ਕਿ ਇੱਕ ਬੀਬੀ ਛੋਟੀ ਉਮਰ ਦੀ ਵਿਆਹੀ ਪਰਿਕਰਮਾ 'ਚ ਮਰੀ ਪਈ ਹੈ। ਉਹਦੀ ਛਾਤੀ ਦੇ ਉੱਤੇ ਉਹਦਾ ਛੋਟਾ 2-3-4 ਮਹੀਨੇ ਦਾ ਬੱਚਾ ਖੇਡ ਰਿਹਾ ਹੈ। ਦੋ ਫੌਜੀਆਂ ਨੇ ਪਹਿਲਾਂ ਤਾਂ ਸਾਨੂੰ ਠੁੱਡ ਮਾਰੇ ਲਾਗੋਂ ਦੀ ਲੰਘਣ ਲੱਗਿਆ, ਫਿਰ ਦੇਖਿਆ ਬੱਚਾ ਖੇਡ ਰਿਹਾ, ਬੱਚੇ ਨੂੰ ਤਾਂ ਚੁੱਕਿਆ, ਥੱਲੇੋਂ ਬ੍ਰੈਸਟ ਮਾਰਿਆ, ਬੱਚਾ ਮਾਰ ਦਿੱਤਾ ਗਿਆ। ਉਹ ਜਿਹੜੀਆਂ ਅਸੀਂ ਸੁਣਦੇ ਹੁੰਦੇ ਸੀ, ਬੱਚਿਆਂ ਦੇ ਟੋਟੇ ਕਰਵਾ ਕੇ ਬੀਬੀਆਂ ਨੇ ਗਲਾਂ ਵਿੱਚ ਹਾਰ ਪਵਾ ਲਏ, ਉਹ ਅਸੀਂ ਦੇਖੇ ਨਹੀਂ ਸੀ, ਉਹ ਸਾਨੂੰ ਉਹ ਮਹਿਸੂਸ ਨਹੀਂ ਸੀ ਹੁੰਦੇ। ਅਸੀਂ ਅਰਦਾਸ ਜਦੋਂ ਕਰਦੇ ਸੀ ਉਦੋਂ ਸਾਨੂੰ ਲੱਗਦਾ ਸੀ ਕਿ ਬੜਾ ਜ਼ੁਲਮ ਹੋਇਆ ਸਿੱਖਾਂ ਨਾਲ। ਪਰ ਮੈਂ ਸਮਝਦਾ ਵੀ ਇਸ ਸਦੀ ਦੇ ਵਿੱਚ ਜੋ ਸਿੱਖਾਂ ਨਾਲ ਜ਼ੁਲਮ ਹੋਇਆ, ਜੋ ਅਸੀਂ ਅੰਦਰ ਦੇਖਿਆ ਵੀ ਇਕੱਲੇ ਇਕੱਲੇ ਬਜ਼ੁਰਗਾਂ ਨੂੰ ਕਿਵੇਂ ਗੋਲੀਆਂ ਮਾਰੀਆਂ ਗਈਆਂ, ਕਿਵੇਂ ਇਕੱਠੇ ਕਰਕੇ ਪੰਚਮ ਪਾਤਸ਼ਾਹ ਦੇ ਗੁਰਪੁਰਬ 'ਤੇ ਸ਼ਾਂਤੀ ਦੇ ਪੁੰਜ, ਜਿਹਨੂੰ ਆਪਾਂ ਸ਼ਾਂਤੀ ਦਾ ਪੁੰਜ ਪੰਚਮ ਪਾਤਸ਼ਾਹ ਗੁਰੂ ਅਰਜਨ ਪਾਤਸ਼ਾਹ ਨੂੰ ਕਹਿੰਦੇ ਹਾਂ, ਕਿਵੇਂ ਉਹਨਾਂ ਦੀ ਸ਼ਹੀਦੀ ਹੋਈ ਅਤੇ ਉਹਨਾਂ ਦੇ ਗੁਰਪੁਰਬ ਦੇ ਉੱਤੇ ਇਕੱਠੇ ਕਰਕੇ ਗੁਰੂ ਰਾਮਦਾਸ ਰਾਂ ਦੇ ਵਿੱਚ ਕਿਵੇਂ ਇਹਨਾਂ ਨੇ ਗਰਨੇਡ ਸੁੱਟ ਕੇ ਹਜ਼ਾਰਾਂ ਲੋਕ, ਬੱਚੇ, ਬੀਬੀਆਂ, ਬਜ਼ੁਰਗ, ਕਿਵੇਂ ਇਹਨਾਂ ਨੇ ਉਹ ਇੱਕ ਬੰਨੇ ਉੱਤੋਂ ਗਰਨੇਡ ਸੁੱਟ ਰਹੇ ਆ, ਥੱਲਿਓਂ ਤੋਪਾਂ ਬੀੜ ਕੇ ਉਹਨਾਂ ਨੂੰ ਮਾਰ ਰਹੇ ਆ। ਅਤੇ ਉਹ ਜੋ ਕੁਰਲਾਹਟ ਸੀ ਉਹ ਜਾਂ ਗੁਰੂ ਰਾਮਦਾਸ ਜਾਣਦਾ ਹੈ ਜਾਂ ਪਰਮਾਤਮਾ ਜਾਣਦਾ ਹੈ। 3 ਦਿਨ 3 ਰਾਤਾਂ ਲਗਾਤਾਰ ਸੈਂਕੜੇ ਟਰੱਕਾਂ, ਟਰਾਲੀਆਂ ਅਤੇ ਕੂੜਾ ਕਰਕਟ ਢੋਣ ਵਾਲੀਆਂ ਗੱਡੀਆਂ ਨੇ ਸਿੱਖਾਂ ਦੀਆਂ ਲਾਸ਼ਾਂ ਢੋਈਆਂ। ਕਿਸੇ ਸਿੰਘ ਦੇ ਲੰਮੇ ਕੇਸ ਬਾਹਰ ਲਟਕ ਰਹੇ ਸਨ, ਕਿਸੇ ਦੀ ਲੱਤ ਤੇ ਬਾਂਹ। ਉਹਨਾਂ ਮੁਲਾਜ਼ਮਾਂ ਨੂੰ, ਨਗਰ ਨਿਗਮ ਦੇ ਮੁਲਾਜ਼ਮਾਂ ਨੂੰ, ਜਦੋਂ ਲਾਸ਼ਾਂ ਕੱਢਣੀਆਂ 7 ਤਰੀਕ ਨੂੰ ਸਾਨੂੰ ਉੱਥੇ ਬਿਠਾਇਆ ਪਰਿਕਰਮਾ ਦੇ ਵਿੱਚ, ਪੂਰੀਆਂ ਲਾਸ਼ਾਂ ਵਿਛੀਆਂ ਹੋਈਆਂ ਨੇ, ਸਰੋਵਰ ਦਾ ਰੰਗ ਲਾਲ ਹੋਇਆ ਪਿਆ ਹੈ ਅਤੇ ਉਹਦੇ ਵਿੱਚੋਂ ਖੁੱਲ੍ਹੀ ਛੁੱਟੀ ਦੇ ਦਿੱਤੀ ਗਈ ਮੁਲਾਜ਼ਮਾਂ ਨੂੰ ਕਿ ਤੁਹਾਨੂੰ ਜੋ ਇਹਨਾਂ ਦੇ ਲੱਭਦਾ ਹੈ, ਕਿਸੇ ਦੇ ਛਾਪ ਹੈ, ਕਿਸੇ ਦੇ ਕੜਾ ਹੈ, ਕਿਸੇ ਦੇ ਘੜੀ ਹੈ, ਜੋ ਵੀ ਤੁਹਾਨੂੰ ਲੱਭਦਾ ਕਿਸੇ ਦੀ ਜੇਬ ਵਿੱਚੋਂ ਲੱਭੇ, ਤੁਸੀਂ ਇਹ ਲਾਸ਼ਾਂ ਚੁੱਕ ਕੇ ਗੰਦ ਵਾਲੀਆਂ ਗੱਡੀਆਂ 'ਚ ਉਹਨਾਂ ਗੁਰਸਿੱਖਾਂ ਦੀਆਂ ਲਾਸ਼ਾਂ ਲੱਦ ਕੇ ਇਹਨਾਂ ਨੇ ਬਾਹਰ ਸੁੱਟੀਆਂ, ਜਿਨ੍ਹਾਂ ਦਾ ਅੱਜ ਤੱਕ ਉਹਨਾਂ ਦਾ ਖੁਲਾਸਾ ਨਹੀਂ ਹੋਇਆ ਕਿ ਉਹ ਲਾਸ਼ਾਂ ਦਾ ਸੰਸਕਾਰ ਕਿੱਥੇ ਕੀਤਾ। ਉਹ ਲਾਸ਼ਾਂ ਦੇ ਕਿੰਨੀਆਂ ਲਾਸ਼ਾਂ 'ਚ ਅੱਜ ਤੱਕ ਇਹ ਗੱਲ ਹਿੰਦੁਸਤਾਨ ਦੀ 35 ਸਾਲਾਂ ਦੀ ਸਰਕਾਰ ਇਹ ਨਾ ਦੱਸ ਸਕੇ ਕਿ ਅੰਦਰ ਬੰਦੇ ਕਿੰਨੇ ਮਰੇ ਆ। ਸ਼ਰਮ ਦੀ ਗੱਲ ਹੈ। ਅੰਦਰ ਬੰਦੇ ਸ਼ਹੀਦ ਕਿੰਨੇ ਹੋਏ ਆ। ਇਹ ਹਿੰਦੁਸਤਾਨ ਦੇ ਮੱਥੇ ਤੇ ਕਲੰਕ ਹੈ ਕਿ ਉਸ ਛੋਟੀ ਜਿਹੀ ਕੌਮ ਜਿਹਨੇ ਤੁਹਾਡੇ ਵਾਸਤੇ 93% ਕੁਰਬਾਨੀਆਂ ਕੀਤੀਆਂ ਹੋਣ ਅਤੇ ਉਹਦੇ ਇੰਨੇ ਬੰਦੇ ਮਾਰ ਕੇ ਤੁਸੀਂ ਇਹ ਵੀ ਨਾ ਦੱਸੋ ਵੀ ਕਿੱਥੇ ਦੱਬਤੇ, ਕਿਹੜੇ ਦਰਿਆ 'ਚ ਰੋੜ ਦਿੱਤੇ, ਕਿੱਥੇ ਤੁਸੀਂ ਉਹਨਾਂ ਦਾ ਸੰਸਕਾਰ ਕੀਤਾ, ਕਿਵੇਂ ਕੀਤਾ। ਅਸੀਂ ਸਿਰਫ ਇਹਨਾਂ ਕੋਲੋਂ 4 ਲਾਸ਼ਾਂ ਜਿਹੜੀਆਂ ਜਾਂਦੀਆਂ ਦੇਖੀਆਂ ਜਦੋਂ ਸਾਨੂੰ ਇਹਨਾਂ ਨੇ ਘੰਟਾ ਘਰ ਲਿਆ ਕੇ ਬਿਠਾਇਆ, ਉਦੋਂ ਟਰੱਕਾਂ 'ਚ ਲੱਦੀਆਂ। ਅਤੇ ਬਹੁਤ ਬੇਸ਼ਰਮੀ ਦੀ ਗੱਲ ਹੈ ਕਿ ਹਿੰਦੁਸਤਾਨ ਦੇ ਹਿੰਦੂਆਂ ਦੀਆਂ ਇੱਥੇ ਜਿਹੜੀਆਂ ਜਥੇਬੰਦੀਆਂ ਉਹ ਸਾਡੇ ਵੱਲ ਥੁੱਕ ਰਹੀਆਂ, ਸਾਡੇ 'ਤੇ ਵੱਟੇ ਮਾਰ ਰਹੀਆਂ, ਸਾਡੇ 'ਤੇ ਛਿੱਤਰ ਚਲਾ ਰਹੀਆਂ। ਅਤੇ ਲਕਸ਼ਮੀ ਕਾਂਤਾ ਚਾਵਲਾ ਵਰਗੀਆਂ ਜਿਹੜੀਆਂ ਲੀਡਰ ਪੰਜਾਬ ਦੀਆਂ ਕਹਿਣ ਵਾਲੀਆਂ, ਇਹ ਉੱਥੇ ਫੌਜੀਆਂ ਨੂੰ ਜੱਫੀਆਂ ਪਾ ਕੇ ਤੇ ਸਾਨੂੰ ਗਾਲਾਂ ਕੱਢ ਰਹੀਆਂ। ਇਹਨਾਂ ਨੇ ਬਲੂ ਸਟਾਰ ਦਾ ਇੰਨੀ ਜ਼ਿਆਦਾ ਖੁਸ਼ੀ ਮਨਾਈ, ਜਿਹਦੀ ਬਦੌਲਤ ਹੈ ਕਿ ਅੱਜ ਤੱਕ ਪੰਜਾਬ ਵਿੱਚ ਸ਼ਾਂਤੀ ਨਹੀਂ ਕਰ ਸਕੀ। ਜੇ ਪੰਜਾਬ ਦੇ ਲੋਕਾਂ ਨਾਲ ਕਿਤੇ ਥੋੜ੍ਹਾ ਜਿਹਾ ਇਨਸਾਫ ਕੀਤਾ ਹੁੰਦਾ, ਸੰਤ ਬਾਬਾ ਜਰਨੈਲ ਸਿੰਘ ਨਾਲ ਗੱਲਬਾਤ ਦਾ ਰਾਹ ਬਣਾਇਆ ਹੁੰਦਾ, ਅਤੇ ਸ਼ਾਇਦ ਅੱਜ ਪੰਜਾਬ ਦਾ, ਹਿੰਦੁਸਤਾਨ ਦਾ ਨਕਸ਼ਾ ਹੀ ਹੋਰ ਹੁੰਦਾ। ਕਿਉਂਕਿ ਉਹਦੇ ਵਿੱਚੋਂ ਇਹਨਾਂ ਨੇ ਬਹੁਤ ਜ਼ਿਆਦਾ ਇਸ ਤਰੀਕੇ ਨਾਲ ਉਹਨੂੰ ਮੈਨੇਜ ਕੀਤਾ ਕਿ ਅਕਾਲੀ ਦਲ ਵੀ ਖਤਮ, ਗਰਮ ਖਿਆਲੀਏ ਵੀ ਖਤਮ, ਅਤੇ ਸਾਡਾ ਹੀ ਰਾਜ ਰਵੇ। ਅਤੇ ਅਕਾਲੀ ਦਲ ਨੂੰ ਖਤਮ ਕਰਕੇ ਇੱਕ ਰਾਜ ਭਾਗ ਦੇ ਵਿੱਚ ਉਲਝਾ ਦੇਣਾ ਅਤੇ ਆਪਣਾ ਦਰਬਾਰ ਸਾਹਿਬ ਸਾਰਾ ਢਵਾ ਲੈਣਾ, ਇਹ ਇੱਕ ਸਾਡੇ 'ਤੇ ਵੀ ਬਹੁਤ ਵੱਡਾ ਸਵਾਲੀਆ ਨਿਸ਼ਾਨ ਖੜਾ ਕਰ ਚੁੱਕਾ ਹੈ। ਅਸੀਂ ਇਹਨੂੰ ਸੋਚਣ ਵਾਸਤੇ ਮਜਬੂਰ ਹਾਂ ਕਿ ਅਸੀਂ ਗਾਂ ਸਿੱਖਾਂ ਨੇ ਕੀ ਕਰਨਾ ਹੈ। ਸਿੱਖ ਕੌਮ ਦੀ ਕੁੱਲ ਨਾਸ ਲਈ ਭਾਰਤੀ ਹਕੂਮਤ ਨੇ ਆਪਰੇਸ਼ਨ ਬਲੂ ਸਟਾਰ, ਆਪਰੇਸ਼ਨ ਵੁੱਡ ਰੋਜ਼, ਆਪਰੇਸ਼ਨ ਸ਼ਾਂਤੀ ਕੀਤੇ ਤੇ ਚੌਥਾ ਸੀ ਪਾਕਿਸਤਾਨ ਨਾਲ ਜੰਗ ਛੇੜ ਕੇ ਆਪਣੀ ਹੀ ਫੌਜ ਹੱਥੋਂ ਬਾਕੀ ਬਚ ਗਏ ਸਿੱਖਾਂ ਦਾ ਪੂਰਾ ਖੋਜ ਖਤਮ ਕਰ ਦੇਣਾ। ਤਸ਼ੱਦਦ ਨੂੰ ਕਿੰਨਾ ਕੁ ਤੁਸੀਂ ਬਿਆਨ ਕਰ ਸਕਦੇ ਹੋ? ਜਦੋਂ ਹੈ ਹੀ ਤਸ਼ੱਦਦ ਹੈ, ਜਦੋਂ ਹੈ ਹੀ ਜ਼ੁਲਮ ਹੈ, ਤੇ ਜ਼ੁਲਮ ਨੂੰ ਕਿੰਨਾ ਕੁ ਤੁਸੀਂ ਦੇੜੀ ਜਾਓਗੇ, ਕਿੰਨਾ ਕੁ ਹੋਰ ਬਿਆਨ ਕਰੋਗੇ? ਕਿਉਂਕਿ ਸਾਡੇ ਨਾਲ ਤਸ਼ੱਦਦ ਇੰਨਾ ਜ਼ਿਆਦਾ ਹੋਇਆ ਹੈ ਕਿ ਅਸੀਂ ਉਹ ਅੱਖਰਾਂ ਨਾਲ ਬਿਆਨ ਨਹੀਂ ਕਰ ਸਕਦੇ। ਸਾਨੂੰ 7 ਤਰੀਕ ਨੂੰ ਇੱਥੇ ਲੈ ਕੇ ਆਏ ਆਰਮੀ ਕੈਂਪ ਦੇ ਵਿੱਚ, 7 ਤਰੀਕ ਨੂੰ ਉੱਥੇ ਲਿਆ ਕੇ ਸਾਡੇ 45 ਬੰਦੇ ਅਸੀਂ ਲਾਸਟ 'ਤੇ ਆਏ ਹਾਂ। ਇੱਕ ਕਮਰਾ, ਐਡਾ ਛੋਟਾ ਕਮਰਾ, ਉਹਦੇ 'ਚ ਬੰਦ ਕਰ ਦੇ ਕੇ, ਜਿਹਨੂੰ ਕੋਈ ਦਰਵਾਜ਼ਾ ਵਾਰੀ ਨਹੀਂ ਸੀ। ਅਸੀਂ ਪਾਣੀ ਮੰਗਿਆ ਰਾਤ, ਇਹਨਾਂ ਨੇ ਰੋਸ਼ਨਦਾਨ ਉੱਤੋਂ ਤੋੜ ਕੇ ਉਹਦੇ 'ਚ LMG ਫਿੱਟ ਕਰਕੇ ਉੱਤੋਂ ਗੋਲੀਆਂ ਚਲਾਈਆਂ। ਉਹਦੇ 45 ਵਿੱਚੋਂ ਵੀ ਮੇਰਾ ਖਿਆਲ ਅੱਧੇ ਬੰਦੇ ਸਾਡੇ ਉੱਤੇ ਚੜ੍ਹਾਈ ਕਰ ਗਏ।
पानी कहते हाँ पानी आ रहा है, अभी पानी दे रहे हैं, ऊपरों गोली ब्रैसट मारे गए। ਅਸੀਂ 2 ਦਿਨ 1.5 ਦਿਨ ਲਹੂ ਚੱਟ ਕੇ ਗੁਜ਼ਾਰਾ ਕੀਤਾ, ਪੁੱਠੇ ਲੱਭੇ ਪੈ ਕੇ। ਕਈਆਂ ਦੀਆਂ ਲਾਸ਼ਾਂ ਛੁੱਟ ਦਿੱਤੀਆਂ, ਕਈਆਂ ਨੂੰ ਲਾਸ਼ਾਂ ਦੇ ਵਿੱਚ ਛੁੱਟ ਦਿੱਤਾ ਗਿਆ, ਜੇ ਕੋਈ ਬਚਿਆ ਤਾਂ ਸਾਹ ਤੋਂ ਇੱਧਰ ਕਰ ਦਿਓ। ਉਹ ਜਿਹੜਾ ਜ਼ੁਲਮ ਹੈ, ਫਿਰ ਉਸ ਤੋਂ ਬਾਅਦ ਵੀ ਇਹਨਾਂ ਨੇ ਮਤਲਬ ਇੱਕ ਦਿਨ ਵੀ ਸਾਡਾ ਜਿਹੜਾ ਉਸ ਦਿਨ ਸੌਖਾ ਨੇ 59 ਦਿਨ ਅਸੀਂ ਅਲਫ ਨੰਗੇ ਆਰਮੀ ਕੈਂਪ ਵਿੱਚ ਰਹੇ, ਇੱਥੇ ਅੰਮ੍ਰਿਤਸਰ ਦੀ ਛਾਉਣੀ ਦੇ ਵਿੱਚ, ਜਿੱਥੇ ਸਾਨੂੰ ਰੋਟੀ ਦੇਣ ਵਾਸਤੇ ਵੀ ਇਹਨਾਂ ਨੇ ਵੱਡੇ ਵੱਡੇ ਕੁੱਤੇ ਰੱਖੇ। ਜੇ ਰੋਟੀ ਦੇਣੀ ਹੈ ਤਾਂ ਨਾਲ ਹੀ ਕੁੱਤਾ ਛੱਡੋ, ਅਤੇ ਕੁੱਤਾ ਰੋਟੀ ਖੋਹ ਕੇ ਲੈ ਜੇ, ਤੁਸੀਂ ਕੁੱਟ ਖਾ ਕੇ ਅੰਦਰ ਚਲੇ ਜਾਓ। ਉਹ ਇਹਨਾਂ ਨੇ ਜ਼ੁਲਮ ਦੀ ਇੰਤਹਾ ਕੀਤੀ। ਸਾਡੇ ਜਿਊਣ ਦਾ ਜਿਹੜਾ ਕੋਈ ਹੱਜ ਸੀ ਉਹ ਇਹਨਾਂ ਨੇ ਛੱਡਿਆ ਨਹੀਂ ਸੀ। ਉਸ ਵੇਲੇ ਅਸੀਂ ਉਹਨੂੰ ਆਪਣੀਆਂ ਅੱਖਾਂ ਨਾਲ ਤੱਕਦੇ ਰਹੇ, ਆਪਣੇ ਸਰੀਰ 'ਤੇ ਹੰਡਾਉਂਦੇ ਰਹੇ। ਉਸ ਸਰੀਰ 'ਤੇ ਹੰਡਾਇਆ ਜਿਹੜਾ ਸੱਚ ਹੈ ਉਹਨੂੰ ਬਹੁਤਾ ਚਿਰ ਲੁਕਾਇਆ ਨਹੀਂ ਜਾ ਸਕਦਾ। ਅਸੀਂ ਉਹ ਸੱਚ ਨੂੰ ਜਿੰਨਾ ਕਿ ਉਗਲ ਸਕਦੇ ਹਾਂ, ਉਹ ਸਾਨੂੰ ਕਈ ਵਾਰੀ ਉਗਲਣ ਲੱਗਿਆ ਵੀ ਆਪਣੇ ਮਨ ਨੂੰ ਦਰਦ ਹੁੰਦਾ ਹੈ ਕਿ ਅਸੀਂ ਕਿਹਦੇ ਵਾਸਤੇ ਕਹਿ ਰਹੇ ਹਾਂ, ਕਿਹਨੂੰ ਕਹਿ ਰਹੇ ਹਾਂ, ਜਦੋਂ ਤੁਹਾਡੇ ਕੋਲੇ ਕੋਈ ਸੁਣਨ ਵਾਲਾ ਹੀ ਨਹੀਂ। ਉਹਨੂੰ ਅਸੀਂ ਕਿੰਨਾ ਕੁ ਸੱਚ ਕਹਿ ਕੇ ਦੱਸੀਏ ਵੀ ਤੁਸੀਂ ਸਾਡੇ ਨਾਲ ਆਹ ਧੱਕਾ ਕੀਤਾ, ਅਤੇ ਉਸ ਧੱਕੇ ਦੇ ਵਿੱਚੋਂ ਤੁਸੀਂ ਕੌਮ ਦਾ ਨੁਕਸਾਨ ਕਿੰਨਾ ਕੀਤਾ, ਤੁਸੀਂ ਹਿੰਦੁਸਤਾਨ ਦਾ ਨੁਕਸਾਨ ਕਿੰਨਾ ਕੀਤਾ, ਜਿਸ ਦੇਸ਼ ਦੇ ਅਸੀਂ ਵਾਸੀ ਹਾਂ ਉਸ ਦੇਸ਼ ਨੂੰ ਤੁਸੀਂ ਬਦਨਾਮ ਕਿੰਨਾ ਕੀਤਾ। ਉਸ ਵੇਲੇ ਸਾਰੀ ਹਿੰਦੂ ਪ੍ਰੈਸ ਵੱਲੋਂ ਸਿੱਖਾਂ ਨੂੰ ਦੇਸ਼ ਧਰੋਹੀ ਗਰਦਾਨ ਕੇ ਸਿੱਖਾਂ ਵਿਰੁੱਧ ਨਫ਼ਰਤ ਤੇ ਘਿਰਣਾ ਦੀਆਂ ਦੀਵਾਰਾਂ ਉੱਚੀਆਂ ਕੀਤੀਆਂ ਗਈਆਂ। ਫਰਵਰੀ 85 ਵਿੱਚ ਸਾਨੂੰ ਇੰਟੈਰੋਗੇਸ਼ਨ ਤੋਂ ਬਾਅਦ ਵੱਖ-ਵੱਖ ਇੰਟੈਰੋਗੇਸ਼ਨ ਏਜੰਸੀਆਂ ਦੇ ਵਿੱਚੋਂ ਦੀ ਲੰਘ ਕੇ ਸਾਨੂੰ ਜਿਵੇਂ ਕੋਲੂ ਦੇ ਵਿੱਚੋਂ ਦੀ ਗੰਨਾ ਪੀੜਿਆ ਜਾਂਦਾ ਨਾ, ਆਪਰੇਸ਼ਨ ਤੋਂ ਬਾਅਦ ਸਾਕਾ ਤਾਰਾ ਨੀਲਾ ਤਾਰਾ ਤੋਂ ਬਾਅਦ ਸਾਨੂੰ ਇਵੇਂ ਪੀੜਿਆ ਗਿਆ ਜਿਵੇਂ ਕੋਲੂ ਵਿੱਚ ਗੰਨਾ ਪੀੜਦੇ ਆ। ਹਿੰਦੁਸਤਾਨ ਦੀ ਕੋਈ ਅਜਿਹੀ ਏਜੰਸੀ ਨਹੀਂ ਹੋਊਗੀ ਜਿਹਨੇ ਸਾਡੀ ਇੰਟੈਰੋਗੇਸ਼ਨ ਨਾ ਕੀਤੀ ਹੋਵੇ। ਅਤੇ ਮੈਨੂੰ ਇਹ ਮੈਂ ਬਹੁਤ ਵਾਰੀ ਇਹ ਗੱਲ ਕਰ ਚੁੱਕਾ ਕਿ ਸਾਨੂੰ ਹੈਰਾਨੀ ਇਸ ਗੱਲ ਦੀ ਵੀ 1.25 ਲੱਖ ਆਰਮੀ ਚਾੜ ਕੇ ਅਤੇ ਸਾਨੂੰ ਸੰਤ ਜਰਨੈਲ ਸਿੰਘ ਨੂੰ ਸ਼ਹੀਦ ਕਰਕੇ, ਹਜ਼ਾਰਾਂ ਲੋਕ ਮਾਰ ਕੇ, ਹਜ਼ਾਰਾਂ ਬੱਚੇ ਬਜ਼ੁਰਗ ਮਾਰ ਕੇ, ਅਤੇ ਫਿਰ ਸਾਨੂੰ ਇੰਟੈਰੋਗੇਸ਼ਨ ਪੁੱਛਦੇ ਕਿ ਸੰਤ ਜਰਨੈਲ ਸਿੰਘ ਭੱਜਾ ਕਿੱਧਰੋਂ ਦੀ, ਸੰਤ ਜਰਨੈਲ ਸਿੰਘ ਕਿਹੜੇ ਪਾਸਿਓਂ ਨਿਕਲ ਕੇ ਗਏ। ਕੌਮ ਵਿੱਚ ਐਡਾ ਵੱਡਾ ਭੰਬਲ ਪੂਸਾ ਪਾਇਆ ਗਿਆ ਕਿ ਸੰਤ ਜਰਨੈਲ ਸਿੰਘ ਦਾ ਸਾਡੇ ਮਨ ਦੇ ਉੱਤੇ ਇੰਨਾ ਅਸਰ ਪਾਤਾ ਗਿਆ ਕਿ ਸੰਤ ਜਰਨੈਲ ਸਿੰਘ ਭੱਜ ਗਏ। ਅਤੇ ਅਸੀਂ ਇਹ ਸੋਚਣ ਲਈ ਮਜਬੂਰ ਹੋ ਗਏ। ਬਹੁਤ ਸਾਰੇ ਲੋਕ ਇਹ ਕਹਿਣ ਲੱਗ ਗਏ, ਸੰਤਾਂ ਦਾ ਪਰਿਵਾਰ ਇਹ ਕਹਿਣ ਲੱਗ ਗਿਆ ਵੀ ਸੰਤ ਚੜ੍ਹਦੀ ਕਲਾ 'ਚ ਨੇ ਜੀ। ਟਕਸਾਲ ਦਾ ਮੁਖੀ ਉਸ ਵੇਲੇ ਬਾਅਦ ਜਿਹੜੇ ਬਾਬਾ ਠਾਕਰ ਸਿੰਘ ਜੀ ਬਣੇ, ਉਹ ਕਹਿਣ ਲੱਗ ਗਏ ਸੰਤ ਚੜ੍ਹਦੀ ਕਲਾ 'ਚ ਨੇ। ਫਿਰ ਕੌਮ ਵਿੱਚ ਇੱਕ ਵੱਡਾ ਭੰਬਲ ਭੂਸਾ ਬਣਿਆ। ਉਸ ਭੰਬਲ ਭੂਸੇ ਦੇ ਵਿੱਚੋਂ ਦੀ ਅਸੀਂ ਤਾਂ ਚਲੇ ਗਏ ਜੋਧਪੁਰ ਜੇਲ੍ਹ 'ਚ ਫਰਵਰੀ 85 'ਚ। ਉੱਥੇ ਵੀ ਸਾਡੇ 'ਤੇ ਤਸ਼ੱਦਦ ਹੋਇਆ, ਉੱਥੇ ਵੀ ਸਾਨੂੰ ਵੱਖ-ਵੱਖ ਸੈੱਲਾਂ ਦੇ ਵਿੱਚ ਬੰਦ ਕਰ ਦਿੱਤਾ ਗਿਆ। ਮੈਂ ਦੱਸਣਾ ਚਾਹੁੰਦਾ ਕਿ ਜਿਸ ਸੈੱਲ ਦੇ ਵਿੱਚ ਮੈਨੂੰ ਰੱਖਿਆ ਗਿਆ, ਉੱਥੇ ਜਾ ਕੇ 6 ਬਾਈ 7 ਫੁੱਟ ਦਾ ਸੈੱਲ, ਜਿਹਦੇ ਵਿੱਚ ਮੇਰਾ 6 ਫੁੱਟ ਮੇਰਾ ਕੱਦ ਹੈ, ਇੱਕ ਬੰਨੇ ਉਹ 7 ਫੁੱਟ ਸੀ, ਇੱਕ ਬੰਨੇ 6 ਫੁੱਟ ਸੀ, ਉਹਦੇ ਵਿੱਚ ਰੱਖ ਕੇ ਜਿਹਦੇ ਵਿੱਚ ਕੋਈ ਪੱਖਾ ਨਹੀਂ, ਇੱਕ ਛੋਟੀ ਜਿਹੀ ਲੈਟਰੀਨ ਹੈ, 5 ਲੀਟਰ ਪਾਣੀ ਦਿੰਦੇ ਰਹੇ ਆ ਸਾਨੂੰ। 5 ਸਾਲ ਅਸੀਂ ਉੱਥੇ ਕੱਟੇ ਆ। 5 ਲੀਟਰ ਪਾਣੀ 24 ਘੰਟੇ ਬਾਅਦ ਆਉਂਦਾ ਸੀ। ਇੱਕ ਵਾਰੀ ਚਾਹ ਆਉਂਦੀ ਸੀ ਸਵੇਰੇ ਜਿਹੜੀ ਨਾ ਪੀਣ ਯੋਗ ਸੀ। 2 ਵਾਰੀ ਰੋਟੀ ਆਉਂਦੀ ਸੀ ਦਿਨੇ, ਪਰ ਸਾਨੂੰ ਬੰਦਾ ਨਹੀਂ ਸੀ ਪਤਾ ਲੱਗਣ ਦਿੰਦੇ ਵੀ ਬੰਦਾ ਕਿਹੜਾ ਰੋਟੀ ਤੁਹਾਨੂੰ ਫੜਾ ਕੇ ਗਿਆ, ਚਾਹ ਕਿਹੜਾ ਫੜਾ ਕੇ ਗਿਆ। ਬੰਦ ਕਮਰਾ ਸੀ, ਥੱਲਿਓਂ ਦੀ ਫੜਾਉਂਦੇ ਸੀ। ਅਸੀਂ ਉਹਦੇ ਵਿੱਚ ਟਾਈਮ ਕੱਟਿਆ ਗੁਰੂ ਰਾਮਦਾਸ ਦੇ ਆਸਰੇ, ਇਸ ਕਰਕੇ ਵੀ ਸਾਡੇ ਨਾਲ ਦੇ ਸਾਰੇ ਸ਼ਹੀਦ ਹੋ ਗਏ। ਜੇ ਗੁਰੂ ਰਾਮਦਾਸ ਨੇ ਸਾਨੂੰ ਇੱਥੇ ਲਿਆਂਦਾ ਤੇ ਕਿਸੇ ਮਕਸਦ ਵਾਸਤੇ ਲਿਆਂਦਾ, ਅਤੇ ਸਾਡੇ 'ਤੇ ਕੇਸ ਉਹ ਪਾਇਆ ਗਿਆ ਜਿਹੜਾ ਭਗਤ ਸਿੰਘ ਹੋਣਾ 'ਤੇ ਦਫਾ ਲਾਈ ਗਈ CRPC ਦੀ IPC ਦੀ ਧਾਰਾ 121A 122। ਉਹ ਇੰਨੀਆਂ ਜ਼ਿਆਦਾ ਧਾਰਾਵਾਂ ਲਾ ਕੇ ਕਾਨੂੰਨ ਦੀਆਂ, ਅਤੇ ਉਸ ਕੇਸ ਦਾ ਅਨੁਮਾਨ ਇਹ ਬਣਾ ਦਿੱਤਾ ਗਿਆ ਕਿ ਇਸ ਕੇਸ 'ਚੋਂ ਜੇ ਟਰਾਇਲ ਚੱਲ ਵੀ ਜਾਂਦਾ ਹੈ ਅਤੇ ਇਸ ਕੇਸ 'ਚੋਂ ਇੱਕ ਵੀ ਬੰਦਾ ਬਚ ਕੇ ਬਾਹਰ ਨਹੀਂ ਜਾ ਸਕਦਾ, ਕਿਉਂਕਿ ਸਾਨੂੰ 121A ਦਾ, ਮੈਂ ਵਕੀਲ ਹੈ, ਮੈਨੂੰ ਪਤਾ ਹੈ ਕਿ 121A ਜਿਹੜੀ ਹੈ ਜਦੋਂ ਲੱਗ ਜਾਂਦੀ ਹੈ ਫਿਰ ਬੰਦੇ ਨੂੰ ਜਾਂ ਫਾਂਸੀ ਆ ਅਤੇ ਜਾਂ ਬਰੀ ਹੈ। ਫਿਰ ਸਾਨੂੰ ਕੇਸ ਉਹ ਪਾਤਾ ਵੀ ਅਸੀਂ ਫਾਂਸੀ ਲੱਗ ਜਾਈਏ, ਕਿਉਂਕਿ ਛੱਡਣ ਵਾਲੀ ਤਾਂ ਸਾਡੀ ਗੱਲ ਕੋਈ ਨਹੀਂ। ਜਿਹੜਾ ਇੰਨਾ ਤਸ਼ੱਦਦ ਦੇ ਵਿੱਚੋਂ ਅਸੀਂ ਜਾ ਰਹੇ ਹਾਂ ਉੱਥੇ 5 ਸਾਲ ਸਾਨੂੰ ਬਿਨਾਂ ਘਰਦਿਆਂ ਤੋਂ ਰੱਖਿਆ ਗਿਆ। ਕਿਸੇ ਦੀ ਕਦੀ ਬਲੱਡ ਰਿਲੇਸ਼ਨ ਦੀ ਮੁਲਾਕਾਤ ਕਰਾਤੀ, ਕਦੀ ਬਲੱਡ ਰਿਲੇਸ਼ਨ 'ਚ ਸਾਡਾ ਭਰਾ ਨਹੀਂ ਆਉਂਦਾ, ਕਦੀ ਬਲੱਡ ਰਿਲੇਸ਼ਨ 'ਚ ਸਾਡਾ ਭੈਣ ਨਹੀਂ ਆਉਂਦੀ। ਅਸੀਂ 2 ਭਾਈ, ਇੱਕ ਮੇਰੇ ਤੋਂ ਛੋਟਾ ਬ੍ਰਦਰ ਮੇਰਾ ਸਰਦਾਰ ਰਣਧੀਰ ਸਿੰਘ, ਉਹ ਨਾਲ ਰਿਹਾ। ਅਸੀਂ 2 ਭਾਈ ਉੱਥੇ ਰਹੇ। ਉਸੇ ਦੌਰਾਨ ਹਿੰਦੁਸਤਾਨ ਦੀਆਂ ਏਜੰਸੀਆਂ ਨੇ ਮੇਰੇ ਵੱਡੇ ਭਰਾ ਦਾ ਕਤਲ ਕਰਾਇਆ। ਕਤਲ ਕਰਾ ਕੇ 3 ਲੱਖ ਰੁਪਈਆ ਦੇ ਕੇ
ਸਾਡੇ ਬੰਦਿਆਂ ਨੂੰ ਏਜੰਸੀਆਂ ਦੇ ਬੰਦਿਆਂ ਨੇ ਕਤਲ ਕਰਾਇਆ, ਜਿਹਦੀ ਦਰਿਆਫਤ ਬਾਅਦ ਬਰਨਾਲਾ ਸਰਕਾਰ ਵੇਲੇ ਹੋਈ। ਉਹ ਕਤਲ ਕਰਾ ਕੇ ਸਾਨੂੰ ਅਸੀਂ ਉਹਦੇ ਸੰਸਕਾਰ 'ਤੇ ਵੀ ਨਹੀਂ ਆਉਣ ਦਿੱਤਾ ਗਿਆ। ਸਭ ਤੋਂ ਵੱਡੀ ਗੱਲ, ਜਦੋਂ ਤੁਸੀਂ ਕਿਸੇ ਦੀ, ਸਾਡੇ 'ਤੇ ਕੋਈ ਦੋਸ਼ ਨਹੀਂ, ਦੋਸ਼ ਤੁਸੀਂ ਸਾਬਤ ਨਹੀਂ ਕਰ ਰਹੇ, ਕੇਸ ਤੁਸੀਂ ਸਾਡੇ 'ਤੇ ਚਲਾ ਕੋਈ ਨਹੀਂ ਰਹੇ, ਸਾਨੂੰ ਤੁਸੀਂ ਬੰਦ ਰੱਖਿਆ ਹੋਇਆ। ਅਤੇ ਬੰਦ ਰੱਖਣ ਦਾ ਇਹ ਆ ਵੀ ਜੇ ਮੇਰਾ ਭਰਾ ਕਤਲ ਕਰਾ ਦਿੰਦੀਆਂ ਏਜੰਸੀਆਂ ਤੇ ਉਹਦੇ ਸੰਸਕਾਰ 'ਤੇ ਵੀ ਨਾ ਆਉਣ ਦੇਣਾ, ਇਹ ਤੋਂ ਵੱਡਾ ਧੱਕਾ ਕਿਸੇ ਪਰਿਵਾਰ ਨਾਲ ਹੋਰ ਕੀ ਹੋ ਸਕਦਾ। ਇੱਕ ਪਿਓ ਦੇ 2 ਪੁੱਤ ਅੰਦਰ ਹੋਣ, ਇੱਕ ਬਾਹਰ ਕਤਲ ਹੋ ਜੇ, ਤੇ ਫਿਰ ਗੱਲ ਕੀ ਰਹਿ ਜਾਂਦੀ। ਇਹਨਾਂ ਨੇ, ਹਿੰਦੁਸਤਾਨ ਦੇ ਲੋਕਾਂ ਨੇ, ਹਿੰਦੁਸਤਾਨ ਦੀਆਂ ਫੌਜਾਂ ਨੇ, ਇੰਦਰਾ ਗਾਂਧੀ ਦੀ ਹਕੂਮਤ ਨੇ ਇੰਨਾ ਜ਼ਿਆਦਾ ਅੱਜ ਵੀ ਭਾਵੁਕ ਹੁੰਦੇ ਆ। ਇਸ ਕਰਕੇ ਹੁੰਦੇ ਆ ਕਿਉਂਕਿ ਅਸੀਂ ਆਪਣੇ ਪਿੰਡੇ 'ਤੇ ਸਿਆ ਹੋਇਆ ਸਾਰਾ ਕੁਛ। ਇਹ ਜਿਹੜਾ ਸਿਸਟਮ ਸੀ, ਇਹਨੂੰ ਆਪਾਂ ਅੱਖਰਾਂ 'ਚ ਬਿਆਨ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਲਿਖਦੇ ਆ ਲੋਕ, ਉਹ ਲਿਖਿਆ ਨਹੀਂ ਜਾਂਦਾ। ਕਿਉਂਕਿ 5 ਸਾਲ ਉੱਥੇ ਰੱਖਿਆ, 5 ਸਾਲ ਤੋਂ ਬਾਅਦ ਅਸੀਂ ਇਹ ਪੁੱਛਿਆ, ਫਿਰ 321 ਦੀ ਇੱਕ ਐਪਲੀਕੇਸ਼ਨ ਦੇ ਕੇ ਸਾਨੂੰ ਛੱਡ ਦਿੱਤਾ ਗਿਆ। ਛੱਡਿਆ 321 ਦੀ ਐਪਲੀਕੇਸ਼ਨ ਦਿੱਤੀ ਹੈ ਕਿ ਪੰਜਾਬ ਦੀ ਸ਼ਾਂਤੀ ਵਾਸਤੇ ਇਹਨਾਂ ਨੂੰ ਛੱਡਿਆ ਜਾਂਦਾ ਹੈ। ਜੇ ਅਸੀਂ ਸ਼ਾਂਤੀ ਸਾਡੇ ਕਿਆ ਹੁੰਦੀ ਸੀ, ਫਿਰ ਸਾਨੂੰ ਉੱਥੇ ਭੇਜਿਆ ਕਿਉਂ? ਜੇ ਸ਼ਾਂਤੀ ਆਰਮੀ ਦੇ ਅਟੈਕ ਕੀਤਿਆਂ ਨਹੀਂ ਹੋਈ, ਸਾਨੂੰ ਫੜਿਆ, ਸਾਨੂੰ ਛੱਡ ਕੇ ਹੁੰਦੀ ਸੀ, ਫਿਰ ਭੇਜ ਸੰਤ ਜਰਨੈਲ ਸਿੰਘ ਨੂੰ ਸ਼ਹੀਦ ਕਰਨ ਦੀ ਤੁੱਕ ਕੀ ਰਹਿ ਗਈ ਮਗਰ? ਦਰਬਾਰ ਸਾਹਿਬ ਨੂੰ ਢਾਉਣ ਦੀ ਤੁੱਕ ਕੀ ਰਹਿ ਗਈ ਮਗਰ? ਅਕਾਲ ਤਖਤ ਨੂੰ ਮਲੀਆ ਮੇਟ ਕਰਨ ਦੀ ਤੁੱਕ ਕੀ ਰਹਿ ਗਈ? ਕਿਉਂਕਿ ਜੇ ਸ਼ਾਂਤੀ ਸਾਡੇ ਨਾਲ ਸੀ, ਫਿਰ ਸਾਨੂੰ ਕੱਲ੍ਹ ਹੀ ਰੱਖਣਾ ਸੀ ਉੱਥੇ ਤੁਸੀਂ। ਫਿਰ ਦੇਖੋ ਜਿਹੜੀ ਸ਼ਾਂਤੀ ਇਹਨਾਂ ਨੇ ਕਰਾਈ ਪੰਜਾਬ ਦੇ ਵਿੱਚ, ਫੇਰ ਹੀ ਲਿਆ ਕੇ ਮੁੰਡੇ ਮਰਵਾਏ। ਇਹ ਮੁੰਡਿਆਂ ਨੂੰ ਫੇਰ ਕਤਲ ਕਰਵਾਇਆ। ਸਾਡੇ ਵਿੱਚੋਂ ਜੋਧਪੁਰ ਆਏ ਬੰਦੇ ਫੇਰ ਵੀ ਕਿੰਨੇ ਸ਼ਹੀਦ ਹੋਏ ਬਾਅਦ ਵਿੱਚ ਆ ਕੇ ਵੀ ਫੜ ਕੇ ਮਾਰੇ ਆ। ਉਹ ਜਿੰਨਾ ਕਿ ਇਹਨਾਂ ਨੇ ਐਪਲੀਕੇਸ਼ਨ ਦੇ ਦਿੱਤੀ ਵੀ ਸ਼ਾਂਤੀ ਕਰਨੀ ਆ, ਤੇ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਸਰਕਾਰ ਨੂੰ ਵੀ ਜੇ ਸਾਡੇ ਫੜਿਆਂ ਅਸ਼ਾਂਤੀ ਹੋ ਗਈ ਸੀ, ਤੇ ਫਿਰ ਦਰਬਾਰ ਸਾਹਿਬ 'ਤੇ ਅਟੈਕ ਕਰਨ ਦੀ ਲੋੜ ਹੀ ਨਹੀਂ ਸੀ। ਜੇ ਸਾਡੇ ਫੜਿਆਂ ਸਾਡੇ ਛੱਡਿਆਂ ਸ਼ਾਂਤੀ ਹੁੰਦੀ ਸੀ, ਪਰ ਸਾਡੇ 5 ਸਾਲ ਲਵਾਏ ਕਿਉਂ? ਕਿਸ ਮਕਸਦ ਵਾਸਤੇ ਲਵਾਏ? ਕਿਸ ਸਾਡੇ ਟੱਬਰਾਂ ਦੇ ਟੱਬਰ ਤੁਸੀਂ ਲੜਾਏ, ਸਾਡੇ ਭਰਾ ਮਰਵਾਏ ਮਗਰੋਂ, ਉਹ ਕਿਸ ਮਕਸਦ ਵਾਸਤੇ ਮਰਵਾਏ? ਹਾਂਜੀ, ਮੇਰੇ ਕੋਲ ਆ ਆਰਡਰ ਨੇ ਜੀ, ਇਹ ਕੱਪ ਜਿਹੜੀ 1917 'ਚ ਅਸੀਂ ਅਪ੍ਰੈਲ ਦੇ ਮਹੀਨੇ ਜਿੱਤਿਆ ਕੇਸ। ਇਹ ਆਪਣਾ ਟੈਸਟਡ ਕਾਪੀ ਆ ਕੋਰਟ ਦੀ, ਤੇ ਮੇਰੇ ਕੇਸ ਦੀ ਹੈ। ਇਹ ਆਰਡਰ ਨੇ 53 ਸਫ਼ੇ ਦਾ ਆਰਡਰ ਨੇ। ਇਹ ਅਸੀਂ ਸਾਰਾ ਆਪਣੇ ਕੋਲੋਂ ਰੱਖਿਆ ਹੈ। ਉਹ ਇੱਥੇ ਗਾਂ ਐਗਜ਼ੀਕਿਊਸ਼ਨ ਪਾਈ ਹੈ। ਹੁਣ ਫਿਰ ਦੁਬਾਰਾ ਕੇਸ ਕਰਨਾ ਪਿਆ ਪੈਸੇ ਲੈਣ ਵਾਸਤੇ। ਅਸੀਂ ਇਹ ਸਾਰਾ ਜਿਹੜਾ ਇਹਦੇ ਵਿੱਚ ਮੈਨੂੰ ਇਹ ਫਾਇਦਾ ਇਹ ਹੋਇਆ ਕਿ ਸਰਕਾਰਾਂ ਦੀ ਜਿਹੜੀ ਬਦ ਨੀਅਤ ਸੀਗੀ ਨਾ, ਉਹ ਇਸ ਕੇਸ ਲੜਨ ਦੇ ਨਾਲ ਸਾਨੂੰ ਬਹੁਤ ਸਾਰੀ ਸਾਹਮਣੇ ਉਗੜ ਕੇ ਸਾਹਮਣੇ ਆ ਗਈ। ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਗਵਾਹ ਜਿਹੜੇ ਹੈ, ਆਰਮੀ ਦੇ ਜਨਰਲ DV ਰਾਓ ਬ੍ਰਿਗੇਡੀਅਰ ਜਿਹੜਾ ਉਸ ਵੇਲੇ ਪਰਿਕਰਮਾ ਦਾ ਇੰਚਾਰਜ ਸੀ ਅੰਦਰ ਦਾ, ਉਹ ਅਸੀਂ ਸੰਮਨ ਕੀਤਾ ਸੀ। ਉਹਦੇ ਬਹੁਤ ਲੰਬੇ ਚੌੜੇ ਉਹਦੇ ਬਿਆਨ ਹੋਏ। ਉਹਦੇ ਵਿੱਚ ਅਸੀਂ ਉਹਨੂੰ ਪੁੱਛਣ 'ਚ ਕਾਮਯਾਬ ਹੋ ਗਏ ਕਿ ਤੁਸੀਂ ਕਿੰਨੇ ਟੈਂਕ ਲੈ ਕੇ ਆਏ, ਕਿੰਨੀਆਂ ਤੋਪਾਂ ਲੈ ਕੇ ਆਏ, ਕਿੰਨਾ ਗੋਲੀ ਸਿੱਕਾ ਤੁਸੀਂ ਬਰਬਾਦ ਕੀਤਾ, ਕਿੰਨੀ ਤੁਹਾਡੀ ਆਰਮੀ ਮਰੀ। ਉਹ ਸਾਡੇ ਕੋਲੇ ਸਾਡੇ ਕੇਸ ਦੇ ਵਿੱਚ 92 ਬੰਦੇ ਮੰਨਦੇ ਆ, ਜਦੋਂ ਕਿ ਜਨਰਲ ਬਰਾੜ ਜਿਹੜਾ ਪਹਿਲੋਂ 92 ਬੰਦੇ ਕਹਿੰਦਾ ਸੀ। ਜਿਹੜੀ ਨਵੀਂ ਕਿਤਾਬ ਇਹਨਾਂ ਬੈਨ ਕਰਤੀ ਹਿੰਦੁਸਤਾਨ ਦੀ ਗੌਰਮੈਂਟ ਨੇ, ਜਿਹਦੇ ਕਰਕੇ ਉਹ ਜਲੀਲ ਹੋ ਮਰ ਰਿਹਾ ਜਾਂ ਮਰਿਆ, ਉਹ ਬੰਦੇ ਨੇ 15,700 ਬੰਦਾ ਆਰਮੀ ਦਾ ਦੱਸਿਆ ਕਿ ਉੱਥੇ 15,700 ਬੰਦਾ ਮਰਿਆ, ਜਿਹਦੀ ਮੇਰੇ ਕੋਲੇ ਲਿਸਟ ਹੈ ਤੇ ਉਹਨਾਂ ਦੇ ਐਡਰੈਸ ਵੀ ਮੇਰੇ ਕੋਲੇ ਹੈ। ਉਹ ਮੈਨੂੰ ਇਹ ਕੇਸ ਲੜਨ ਦਾ ਸਾਨੂੰ ਇਹ ਫਾਇਦਾ ਹੋਇਆ ਕਿ ਪੈਸੇ ਤਾਂ ਭਾਵੇਂ ਅੱਜ ਤੱਕ ਨਹੀਂ ਮਿਲੇ, ਪਰ ਜਿਹੜੇ ਸਰਕਾਰੀ ਦਸਤਾਵੇਜ਼ ਨੇ, ਜਿਹੜਾ ਕੋਰਟ ਦਾ ਹਿੱਸਾ ਬਣ ਗਿਆ, ਜਿਹੜਾ ਕਾਗਜ਼ਾਂ ਦਾ ਹਿੱਸਾ ਬਣ ਗਿਆ, ਇਤਿਹਾਸ ਦਾ ਹਿੱਸਾ ਬਣ ਗਿਆ, ਉਹ ਅਸੀਂ ਕੱਢਣ 'ਚ ਇਹਨਾਂ ਕੋਲ ਕਾਮਯਾਬ ਹੋ ਗਏ। ਬਹੁਤ ਸਾਰੇ ਦਸਤਾਵੇਜ਼ ਸਾਡੇ ਕੋਲੇ ਆ ਗਏ।